ਮੈਨੂੰ ਵਿਆਹ ਤੋਂ ਨਫ਼ਰਤ ਸੀਗੀ ਕਿ ਆਦਮੀ ਔਰਤ ਨੂੰ ਲੁੱਟਦਾ ਸਿਰਫ ਸੈਕਸ ਦਾ ਕਰਕੇ ਉਹ ਬੱਚੇ ਫਿਰ ਪਾਲਣ ਵਾਲੀ ਇੱਕ ਮਸ਼ੀਨ ਰਹਿ ਜਾਂਦੀ ਹੈ। ਤੁਹਾਨੂੰ ਅੰਡਰਗਰਾਉਂਡ ਰਹਿਣਾ ਪਿਆ, ਕੀ ਕਾਰਨ ਬਣੇ, ਕੀ ਮਜਬੂਰੀ ਸੀ ਜਾਂ ਕਿਉਂ ਫੈਸਲਾ ਲਿਆ ਗਿਆ ਤੁਸੀਂ ਅੰਡਰਗਰਾਉਂਡ ਹੋਏ ਸੀਗੇ? ਨੌਜਵਾਨਾਂ ਨੂੰ ਮਤਲਬ ਹਥਿਆਰਬੰਦ ਕਰਕੇ ਜਦੋਂ ਸਾਨੂੰ ਹਥਿਆਰਾਂ ਨਾਲ ਕੁਚਲਿਆ ਜਾਂਦਾ ਤਾਂ ਉਹਦੇ ਵਿਰੁੱਧ ਫਿਰ ਜਿਸ ਤਰ੍ਹਾਂ ਗਦਈ ਬਾਬਿਆਂ ਨੇ ਕਿਹਾ ਸੀ, ਇੱਕ ਹੱਥ ਵਿੱਚ ਕਿਤਾਬ ਹੋਵੇ ਤੇ ਦੂਸਰੇ ਵਿੱਚ ਤਲਵਾਰ ਹੋਵੇ। ਫਿਰ ਅਸੀਂ ਝੁਕ ਕੇ ਤਾਂ ਜ਼ਿੰਦਗੀ ਨੂੰ ਖਤਮ ਨਹੀਂ ਕਰਨਾ, ਅਸੀਂ ਬਰਾਬਰਤਾ ਦੀ ਲੜਾਈ ਫਿਰ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਸਾਨੂੰ ਫਿਰ ਲੈਣਾ ਪੈਂਦਾ। ਅਕਸਲਬਾੜੀ ਪਿੰਡ ਸੀਗਾ ਬੰਗਾਲ ਦੇ ਵਿੱਚ, ਉਹਨਾਂ ਨੇ ਹਥਿਆਰਬੰਦ ਆਪਣੇ ਜੋ ਵੀ ਹਥਿਆਰ ਸੀਗੇ ਮਤਲਬ ਤੀਰ ਕਮਾਨ ਪਾਲਾ ਇਸ ਤਰ੍ਹਾਂ ਦੇ ਲੈ ਕੇ ਤਾਂ ਉਹਨਾਂ ਜਦੋਂ ਮੈਂ ਪ੍ਰੈਸ ਦੇ ਵਿੱਚ ਥੱਲੇ ਭੋਰਿਆਂ ਵਿੱਚ ਜਾਊਂਗੀ ਤਾਂ ਜਿਹੜੇ ਦਿੱਲੀ ਦੇ ਵਿੱਚ ਥੱਲੇ ਬੇਸਮੈਂਟਾਂ ਵਿੱਚ ਸੀਗੇ ਤੇ ਮੈਂ ਦੇਖਦੀ ਸੀ ਮੇਰੀ ਇੱਜ਼ਤ ਨਾ ਖਰਾਬ ਕੀਤੀ ਜਾਵੇ ਤੇ ਕਿਹਾ ਕਿਸਾਨਾਂ ਨੂੰ ਕਿ ਅਸੀਂ ਤੁਹਾਨੂੰ ਜ਼ਮੀਨਾਂ ਲੈ ਕੇ ਦੇਵਾਂਗੇ ਜੇ ਸਾਡੀ ਗਵਰਨਮੈਂਟ ਆ ਗਈ, ਪਰ ਉਹ ਕਹਿਣੀ ਔਰ ਕਰਨੀ ਦੇ ਵਿੱਚ ਫਰਕ ਰਹਿ ਗਿਆ। ਕਿਸਾਨੀ ਤੇ ਆਫਤਾਂ ਦਾ ਪਹਾੜ ਆਂਦਾ ਹੀ ਰਿਹਾ। ਕਿਸਾਨਾਂ ਨੇ ਪਹਿਲਾਂ ਨਹਿਰ ਦਾ ਮਤਲਬ ਮੋਰਚਾ ਲਾਇਆ, ਨਹਿਰ ਮਿਲ ਗਈ, ਫਿਰ ਲੋਕਾਂ ਦੀ ਹਾਲਤ ਚੰਗੀ ਹੋ ਗਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪ੍ਰੋ ਸਨੇਹਾ ਟੀਵੀ। ਮੈਂ ਦਵਿੰਦਰ ਮੰਡ। ਅੱਜ ਇੱਕ ਵਿਲੱਖਣ ਤਰ੍ਹਾਂ ਦੀ ਕਹਾਣੀ ਤੁਹਾਡੇ ਨਾਲ ਰੂਬਰੂ ਕਰ ਰਹੇ ਹਾਂ। ਸਾਡੇ ਨਾਲ ਬੈਠੇ ਨੇ ਸੁਰਿੰਦਰ ਕੌਰ ਕੋਛੜ ਜੀ, ਜੋ ਕਿ ਆਪਣੇ ਸਮੇਂ ਦੇ ਵਿੱਚ ਅੰਡਰਗਰਾਉਂਡ ਵੀ ਰਹੇ ਨੇ ਅਤੇ ਔਰਤਾਂ ਵਾਸਤੇ ਇੱਕ ਮਿਸਾਲ ਕਾਇਮ ਕੀਤੀ ਆ। ਬਹੁਤ ਤਸੀਹੇ ਜਿਹੜੇ ਉਹਨਾਂ ਦੇ ਪਰਿਵਾਰ ਨੇ ਝੱਲੇ ਨੇ। ਉਹਨਾਂ ਦੀ ਗੱਲ ਕਰੀਏ ਦਾਦਕਿਆਂ ਦੀ, ਨਾਨਕਿਆਂ ਦੀ, ਉਹਨਾਂ ਦੇ ਮਾਸੀ ਮਾਸੜ ਭੂਆ ਫੁੱਫੜ ਸਾਰਾ ਟੱਬਰ ਉਹਨਾਂ ਦਾ ਕ੍ਰਾਂਤੀਕਾਰੀ ਰਿਹਾ ਆ ਤੇ ਖੁਦ ਵੀ ਉਹ ਬਚਪਨ ਤੋਂ ਹੀ ਕ੍ਰਾਂਤੀਕਾਰੀ ਲਹਿਰਾਂ ਦੇ ਨਾਲ ਜੁੜਨਾ ਸ਼ੁਰੂ ਹੋ ਗਏ ਸੀ। ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਜਿਹੜੀ ਵਾਰਤਾਲਾਪ ਸ਼ੁਰੂ ਕਰਦੇ ਹਾਂ। ਮਾਤਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਤੁਹਾਡਾ ਟੀਵੀ ਦਾ ਬਹੁਤ ਜ਼ਿਆਦਾ ਧੰਨਵਾਦ ਹੈ ਕਿ 1 ਨੰਬਰ ਤੋਂ ਮੈਨੂੰ ਰਿਕਾਰਡ ਕਰ ਰਿਹਾ ਔਰ ਮੇਰੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੇਗਾ। ਮੈਂ ਬਹੁਤ ਧੰਨਵਾਦ। ਮਾਤਾ ਜੀ ਸਭ ਤੋਂ ਪਹਿਲਾਂ ਤੁਹਾਡੇ ਨਾਮ ਤੋਂ ਸ਼ੁਰੂ ਕਰਦੇ ਹਾਂ। ਤੁਹਾਡਾ ਨਾਮ ਹੈ ਸੁਰਿੰਦਰ ਕੁਮਾਰੀ ਕੋਛੜ। ਕੋਛੜ ਦਾ ਮਤਲਬ ਕੀ ਹੈ? ਕੋਛੜ ਦਾ ਹੈਗਾ ਐਮਨਾਬਾਦ ਦੇ ਵਿੱਚ ਕਦੇ ਅੱਗ ਲੱਗੀ ਸੀ, ਉਹ ਮੇਰੇ ਦਾਦਾ ਜੀ ਨੇ ਦੱਸਿਆ ਕਿ ਉੱਥੇ ਵਿਧਵਾ ਭੂਆ ਸੀ ਘਰ ਵਿੱਚ। ਤਕਰੀਬਨ ਘਰਾਂ ਦੇ ਵਿੱਚ ਹੁੰਦੀਆਂ ਹੀ ਸੀ ਜਿਹੜੀਆਂ ਵਿਧਵਾ ਰਹਿ ਜਾਂਦੀਆਂ ਸੀਗੀਆਂ, ਘਰਾਂ ਦੇ ਵਿੱਚ ਮਾਂ ਪਿਓ ਰੱਖ ਲੈਂਦੇ ਸੀ ਇੱਜ਼ਤ ਨਾਲ ਜ਼ਿੰਦਗੀ ਕੱਟੀ ਜਾ ਸਕੇ। ਤਾਂ ਇਸ ਕਰਕੇ ਉਹ ਭੂਆ ਨੇ ਦੇਖਿਆ ਕਿ ਅੱਗ ਲੱਗ ਗਈ ਹੈ ਇੰਨੀ ਭਿਆਨਕ, ਤਾਂ ਉਹਦੇ ਵਿੱਚੋਂ ਫਿਰ ਆਪਣੇ ਭਤੀਜਿਆਂ ਨੂੰ ਕੁਛੜ ਚੁੱਕ ਕੇ ਉਹ ਨੱਠ ਕੇ ਉਹਨਾਂ ਨੂੰ ਬਚਾਇਆ। ਜਿਹੜੇ ਉਹਨਾਂ ਦੇ 2 ਬੱਚੇ ਉਹਨਾਂ ਨੇ ਚੁੱਕ ਕੇ ਬਚਾਏ, ਉਹਨਾਂ ਦੀ ਔਲਾਦਾਂ ਫਿਰ ਅੱਗੇ ਜਦੋਂ ਹੋਈਆਂ ਤਾਂ ਉਹ ਫਿਰ ਕੋਛੜ ਮਤਲਬ ਉਹ ਕਹਾਏ। ਤਾਂ ਉਹਨਾਂ ਦੀ ਮਤਲਬ ਜਦੋਂ ਵੀ ਕੋਈ ਅੱਛਾ ਕੰਮ ਕਰਦੇ ਆ ਤਾਂ ਉਹ ਘਰ ਦੇ ਵਿੱਚ ਹਲਵਾ ਬਣਾਉਂਦੇ ਆ, ਪੂੜੇ ਬਣਾਉਂਦੇ ਆ, ਤਾਂ ਉਹ ਫਿਰ ਸਾਰਿਆਂ ਨੂੰ ਪ੍ਰਸ਼ਾਦ ਦੇ ਕੇ ਤਾਂ ਉਹ ਆਪਣੀ ਜਾਤ ਵਿੱਚ ਹੀ ਦਿੰਦੇ ਆ। ਜਿੱਦਾਂ ਨੂਰਮਹਿਲ ਦੀ ਮੈਂ ਕਹਾਣੀ ਦੱਸਦੀ ਹਾਂ ਕਿ ਨੂਰਮਹਿਲ ਕੋਛੜਾਂ ਦਾ ਮੁਹੱਲਾ ਹੈ ਔਰ ਜਦੋਂ ਮੈਨੂੰ ਫਿਰ ਪਿਤਾ ਜੀ ਨੇ ਆਪਣੀ ਬੇਟੀ ਬਣਾਇਆ ਦਾਦਾ ਜੀ ਨੇ, ਤਾਂ ਉਹਨਾਂ ਨੇ ਉਸ ਵੇਲੇ ਉਹ ਹਲਵਾ ਬਣਵਾਇਆ ਔਰ ਆਪਣੇ ਸ਼ਰੀਕੇ ਨੂੰ ਇਕੱਠਾ ਕੀਤਾ ਕਿ ਇਹ ਅੱਜ ਤੋਂ ਮੇਰੀ ਪੋਤੀ ਬਣ ਗਈ, ਤਾਂ ਇਸ ਨੂੰ ਕਹਿੰਦਾ ਹੁਸੈਨ ਜੀ ਦੀ ਧੀ ਮੰਨਿਆ ਜਾਵੇ, ਇਹ ਅੱਜ ਤੋਂ ਮੇਰੀ ਸਾਡੀ ਬੇਟੀ ਕਹਾਈ ਜਾਵੇ। ਇੱਕ ਰੀਤ ਕਹਿ ਸਕਦੇ ਹਨਾ। ਤੇ ਇੱਥੇ ਮੈਂ ਦਰਸ਼ਕਾਂ ਨੂੰ ਇੱਕ ਚੀਜ਼ ਹੋਰ ਦੱਸਣਾ ਚਾਹੂੰਗਾ। ਇਹਨਾਂ ਨੇ ਤਾਂ ਜ਼ਿੰਦਗੀ ਵਿਆਹ ਨਹੀਂ ਕਰਾਇਆ, ਕਿਉਂ ਨਹੀਂ ਕਰਾਇਆ, ਸਾਰੀਆਂ ਗੱਲਾਂ ਬਾਤਾਂ 'ਚ ਕਰਨੀਆਂ ਨੇ ਤੇ ਪੂਰੀ ਜ਼ਿੰਦਗੀ ਜਿਹੜੀ ਆਪਣੀ ਦੇਸ਼ ਭਗਤ ਯਾਦਗਾਰ ਹਾਲ ਦੇ ਲੇਖੇ ਲਾਈ ਹੈ। ਇੱਥੇ ਇੱਕ ਮਿਊਜ਼ੀਅਮ ਬਣਾਇਆ, ਮਿਊਜ਼ੀਅਮ ਬਾਰੇ ਵੀ ਬਾਅਦ ਵਿੱਚ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਮ ਮਾਤਾ ਜੀ ਕਹਾਣੀ ਸ਼ੁਰੂ ਕਰਦੇ ਹਾਂ ਅੰਡਰਗਰਾਉਂਡ ਤੋਂ। ਤੁਹਾਨੂੰ ਅੰਡਰਗਰਾਉਂਡ ਰਹਿਣਾ ਪਿਆ, ਕੀ ਕਾਰਨ ਬਣੇ, ਕੀ ਮਜਬੂਰੀ ਸੀ ਜਾਂ ਕਿਉਂ ਫੈਸਲਾ ਲਿਆ ਗਿਆ ਤੁਸੀਂ ਅੰਡਰਗਰਾਉਂਡ ਹੋਏ ਸੀਗੇ? ਹਾਂਜੀ, ਮੈਂ ਦੱਸਦੀ ਹਾਂ ਕਿ ਪਹਿਲਾਂ ਜਦੋਂ ਕਿਰਤੀ ਪਾਰਟੀ ਹੋਈ ਉਸ ਤੋਂ ਬਾਅਦ ਖੁਸ਼ ਹਸੈਤੀ ਟੈਕਸ ਲੱਗਾ, ਕਿਸਾਨੀ ਤੇ ਆਫਤਾਂ ਦਾ ਪਹਾੜ ਆਂਦਾ ਹੀ ਰਿਹਾ। ਉਹਨਾਂ ਦੇ ਖਿਲਾਫ ਇਹ ਲੜਦੇ ਰਹੇ। ਖੁਸ਼ ਹਸੈਤੀ ਉਹ ਸੀਗਾ ਕਿ ਜਦੋਂ ਕਿਸਾਨਾਂ ਦੀ ਮਤਲਬ ਕਿਸਾਨਾਂ ਨੇ ਪਹਿਲਾਂ ਨਹਿਰ ਦਾ ਮਤਲਬ ਮੋਰਚਾ ਲਾਇਆ, ਨਹਿਰ ਮਿਲ ਗਈ, ਫਿਰ ਲੋਕਾਂ ਦੀ ਹਾਲਤ ਚੰਗੀ ਹੋ ਗਈ, ਖੁਸ਼ ਮਤਲਬ ਲੋਕ ਹੋ ਗਏ, ਉਹਨਾਂ ਦੀ ਹੈਸੀਅਤ ਅੱਛੀ ਹੋ ਗਈ। ਇਸ ਕਰਕੇ ਅੰਗਰੇਜ਼ਾਂ ਨੇ ਉੱਪਰ ਟੈਕਸ ਲਾਤਾ। ਸਰਕਾਰ ਜਿਹੜੀ ਉਸ ਵੇਲੇ ਬਣੀ, ਇਹ ਮੌਜੂਦਾ ਸਰਕਾਰਾਂ ਭਾਵੇਂ ਉਹ ਅੰਗਰੇਜ਼ ਦੀ ਹੋਵੇ ਭਾਵੇਂ ਉਹ ਹਿੰਦੁਸਤਾਨ ਦੇ ਕਾਲਿਆਂ ਦੀ ਹੋਵੇ, ਸਾਰੀਆਂ ਚੱਟੇ ਬੱਟੇ ਆ ਉਹਨਾਂ ਲੁੱਟਣ ਵਾਲਿਆਂ ਦੇ। ਤਾਂ ਇਸ ਕਰਕੇ ਉਸ ਵੇਲੇ ਵੀ ਉਹਨਾਂ ਨੇ ਖੁਸ਼ ਹਸੈਤੀ ਟੈਕਸ ਦਾ ਜਿਹੜਾ ਉਹ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਔਰ ਉਹਦੇ ਵਿੱਚ ਜ਼ੁਲਮ ਵੀ ਬਹੁਤ ਹੋਇਆ।
ਤਾਂ ਕੁਝ ਮਤਲਬ ਜੇਲ੍ਹ 'ਚ ਚਲੇ ਗਏ। ਪਿਤਾ ਜੀ ਨੇ, ਜਿੱਦਾਂ ਮੈਂ ਤੁਹਾਨੂੰ ਦੱਸਣਾ ਸੀਗਾ ਵੀ ਮੈਂ ਆਪਣੀ ਕਮਾਈ ਕਰਕੇ ਤਾਂ ਇਹ ਖੇਤੀਬਾੜੀ ਦਾ ਕੰਮ ਕਰਕੇ ਤਾਂ ਮੈਨੂੰ ਦਾਦਾ ਜੀ ਨੇ ਆਪਣੀ ਬੇਟੀ ਜਦੋਂ ਬਣਾਇਆ ਤਾਂ ਉਸ ਵੇਲੇ ਉਹਨਾਂ ਨੇ ਕਿਹਾ ਵੀ ਤੂੰ ਪੁਰਾਣਾ ਬਾਗ ਹੈ ਇਹਨੂੰ ਹਰਾ ਕਰ ਦੇ। ਤਾਂ ਉਸ ਵੇਲੇ ਤੂੰ ਜਿਹੜਾ ਗ੍ਰਾਮ ਸੇਵਕਾ ਟ੍ਰੇਨਿੰਗ ਦੇ ਵਿੱਚ ਸਿੱਖ ਵੀ ਆਈ ਆ ਤਾਂ ਮੈਨੂੰ ਕੌਨਫੀਡੈਂਸ ਹੈ ਕਿ ਤੂੰ ਬਾਗ ਲਾ ਲੈਣਾ ਤੇ ਆਪਣੇ ਪਿਤਾ ਜੀ ਦੀ ਜਿਹੜੇ ਜੇਲ੍ਹ ਚਲੇ ਗਏ ਆ ਤਾਂ ਉਹਨਾਂ ਨੂੰ ਤੂੰ ਰਿਹਾ ਮਤਲਬ ਉਹਨਾਂ ਦੀ ਜਗ੍ਹਾ ਤੇ ਤੂੰ ਕੰਮ ਆਪਣਾ ਕਰ ਸਕੇਂਗੀ। ਜਦੋਂ ਉਹ ਕਦੇ ਬਾਹਰ ਆਏਗਾ ਤਾਂ ਉਹਨੂੰ ਫਿਰ ਤੂੰ ਸਿਹਤ ਚੰਗੀ ਲਈ ਕੋਸ਼ਿਸ਼ ਕਰਦੀ ਰਹੇਂਗੀ। ਤਾਂ ਇਸ ਕਰਕੇ ਮੈਂ ਆਪਣੀ ਪੜ੍ਹਾਈ ਦੀ ਵੀ ਮਤਲਬ ਸਕੂਲ ਤੋਂ ਗਾਈਡੈਂਸ ਲੈ ਕੇ ਤੇ ਮੈਂ ਆਪਣਾ ਨਾਲ ਬਾਗ ਲਾਉਂਦੀ ਰਹੀ, ਕਮਾਈ ਵੀ ਕਰਦੀ ਰਹੀ ਤੇ ਆਪਣਾ ਪੜ੍ਹਾਈ ਵੀ ਕਰਦੀ ਰਹੀ। ਤਾਂ ਇਸ ਤਰ੍ਹਾਂ ਕਰਕੇ ਉੱਥੇ ਫਿਰ ਸਾਡੇ ਘਰ 'ਚ ਜਦੋਂ ਪਿਤਾ ਜੀ ਦੀ ਰਿਹਾਈ ਵੀ ਹੋ ਗਈ, ਬਾਹਰ ਆ ਗਏ ਸਾਰੇ ਕਾਮਰੇਡ, ਮੂਵਮੈਂਟ ਚੱਲਦੀ ਰਹੀ। ਸਾਡਾ ਬਾਗ ਜਿਹੜਾ ਉਹ ਅੱਡਾ ਬਣ ਗਿਆ ਮੂਵਮੈਂਟ ਦਾ। ਹਾਂਜੀ, ਤਾਂ ਇਸ ਕਰਕੇ ਉੱਥੇ ਫਿਰ 65 ਵਿੱਚ ਜਦੋਂ 64 ਵਿੱਚ ਤਾਂ ਮੈਂ ਮਤਲਬ ਜਦੋਂ ਇੱਥੇ ਦੇਸ਼ ਭਗਤ ਯਾਦਗਾਰ ਦਾ ਦੱਸੂਗੀ ਉਹ ਅਗਲੇ ਟਾਈਮ 'ਤੇ ਆ ਜਾਏਗਾ। ਉੱਥੇ ਜਿਹੜਾ ਸੈਂਟਰ ਬਣ ਗਿਆ ਸੀਗਾ 66 ਦੇ ਵਿੱਚ CPM ਆਪਸ ਵਿੱਚ ਦੀ ਤਲਖੀਆਂ ਹੋ ਗਈਆਂ ਕਿ ਜਦੋਂ ਕੰਮ ਨਾ ਤੁਰਦਾ ਹੋਵੇ ਫਿਰ ਆਪਸ ਵਿੱਚ ਦੀ ਗੜਬੜਾਂ ਹੋ ਜਾਂਦੀਆਂ। ਉਹ ਕਾਮਰੇਡਾਂ ਨੇ CPI ਦਾ M ਹੋ ਗਿਆ, M ਦੇ ਜਦੋਂ ਕੰਮ ਪੂਰੇ ਨਾ ਕੀਤੇ ਕਿਹਾ ਕਿਸਾਨਾਂ ਨੂੰ ਕਿ ਅਸੀਂ ਤੁਹਾਨੂੰ ਜ਼ਮੀਨਾਂ ਲੈ ਕੇ ਦੇਵਾਂਗੇ ਜੇ ਸਾਡੀ ਗੌਰਮੈਂਟ ਆ ਗਈ, ਪਰ ਉਹ ਕਹਿਣੀ ਔਰ ਕਰਨੀ ਦੇ ਵਿੱਚ ਫਰਕ ਰਹਿ ਗਿਆ। ਤਾਂ ਉਹਨਾਂ ਨੇ ਫਿਰ ਇਹ ਨਕਸਲਬਾੜੀ ਮੂਵਮੈਂਟ ਉੱਥੇ ਉੱਠੀ। ਨਕਸਲਬਾੜੀ ਪਿੰਡ ਸੀਗਾ ਬੰਗਾਲ ਦੇ ਵਿੱਚ, ਉਹਨਾਂ ਨੇ ਹਥਿਆਰਬੰਦ ਆਪਣੇ ਜੋ ਵੀ ਹਥਿਆਰ ਸੀਗੇ ਮਤਲਬ ਤੀਰ ਕਮਾਨ ਭਾਲਾ ਇਸ ਤਰ੍ਹਾਂ ਦੇ ਲੈ ਕੇ ਤਾਂ ਉਹਨਾਂ ਨੇ। ਮਾਤਾ ਜੀ ਤੁਹਾਨੂੰ ਥੋੜਾ ਜਿਹਾ ਮੈਂ ਰੋਕਣਾ ਚਾਹੂੰਗਾ। ਜਦੋਂ ਆਪਾਂ ਗੱਲਬਾਤ ਕਰਦੇ ਸੀ, ਜਦੋਂ ਆਪਾਂ ਤੁਹਾਡੇ ਕੋਲ ਪਹੁੰਚੇ ਇੰਟਰਵਿਊ ਕਰਨ ਵਾਸਤੇ, ਤੇ ਤੁਸੀਂ ਗੱਲਬਾਤ ਵਿੱਚ ਕਿਹਾ ਕਿ ਜਦੋਂ ਅੰਡਰਗਰਾਉਂਡ ਰਹਿ ਰਹੇ ਸੀਗੇ ਉਹਦੇ ਹਥਿਆਰਾਂ ਦੀ ਗੱਲ ਵੀ ਤੁਸੀਂ ਕੋਈ ਛੇੜੀ ਸੀਗੀ, ਤੁਸੀਂ ਹਥਿਆਰ ਦਿੰਦੇ ਹੁੰਦੇ ਸੀਗੇ, ਤੇ ਉਹ ਕਿਹਨਾਂ ਨੂੰ ਹਥਿਆਰ ਦਿੰਦੇ ਹੁੰਦੇ ਸੀ, ਕਿਉਂ ਦਿੰਦੇ ਹੁੰਦੇ ਸੀ, ਉਹਦੇ ਬਾਰੇ ਦੱਸੋ। ਉਹ ਨੌਜਵਾਨਾਂ ਨੂੰ ਮਤਲਬ ਹਥਿਆਰਬੰਦ ਕਰਕੇ ਜਦੋਂ ਸਾਨੂੰ ਹਥਿਆਰਾਂ ਨਾਲ ਕੁਚਲਿਆ ਜਾਂਦਾ ਤਾਂ ਉਹਦੇ ਵਿਰੁੱਧ ਫਿਰ ਜਿਸ ਤਰ੍ਹਾਂ ਗਦਈ ਬਾਬਿਆਂ ਨੇ ਕਿਹਾ ਸੀ ਇੱਕ ਹੱਥ ਵਿੱਚ ਕਿਤਾਬ ਹੋਵੇ ਤੇ ਦੂਸਰੇ ਵਿੱਚ ਤਲਵਾਰ ਹੋਵੇ, ਫਿਰ ਅਸੀਂ ਝੁਕ ਕੇ ਤਾਂ ਜ਼ਿੰਦਗੀ ਨੂੰ ਖਤਮ ਨਹੀਂ ਕਰਨਾ। ਅਸੀਂ ਬਰਾਬਰਤਾ ਦੀ ਲੜਾਈ ਫਿਰ ਦੁਸ਼ਮਣ ਦਾ ਮੁਕਾਬਲਾ ਕਰਨ ਲਈ ਸਾਨੂੰ ਫਿਰ ਲੈਣਾ ਪੈਂਦਾ। ਉਹਦੇ ਵਿੱਚ ਬਾਗ ਦੇ ਵਿੱਚ ਵੀ ਅਸੀਂ ਫਿਰ ਮੈਂ ਪ੍ਰੈਸ ਦਾ ਵੀ ਦੱਸੂਗੀ ਕਿ ਕਿਸ ਤਰ੍ਹਾਂ ਉੱਥੇ ਭੋਰਾ ਪੁੱਟ ਕੇ ਤਾਂ ਉੱਥੇ ਕਿਸ ਤਰ੍ਹਾਂ ਅਸੀਂ ਪੇਪਰ ਛਾਪਦੇ ਸੀਗੇ ਤੇ ਮੇਰੀ ਫਿਰ ਡਿਊਟੀ ਕੰਪੋਜ਼ਿੰਗ ਦਾ ਸਾਰਾ ਕੁਝ। ਜਿੱਥੇ ਤੁਸੀਂ ਅੰਡਰਗਰਾਉਂਡ ਰਹਿ ਰਹੇ ਸੀ ਉੱਥੇ ਪ੍ਰੈਸ ਦਾ ਕੰਮ ਸ਼ੁਰੂ ਕਰ ਲਿਆ ਸੀ? ਹਾਂਜੀ, ਫਿਰ ਪਿਤਾ ਜੀ ਨੇ ਸਾਨੂੰ ਸਿਖਾ ਦਿੱਤਾ। ਉਹ ਪ੍ਰੈਸ ਦੇ ਮਾਹਰ ਸੀਗੇ ਕਾਮਰੇਡ ਗੰਧਰਵ ਸੈਨ ਜੀ। ਤਾਂ ਉਹਨਾਂ ਨੇ ਫਿਰ ਸਾਨੂੰ ਵੀ, ਤਾਂ ਇੱਕ ਲੜਕਾ ਜਿਹੜਾ ਅਪਾਹਜ ਸੀਗਾ ਲੱਤਾਂ ਤੋਂ, ਪੋਲੀਓ ਕਰਕੇ ਕਮਜ਼ੋਰ ਸੀਗੀਆਂ ਲੱਤਾਂ, ਤਾਂ ਉਹਦੇ ਨਾਲ ਮੈਂ ਫਿਰ ਪ੍ਰੈਸ ਦਾ ਕੰਮ ਕਰਦੀ ਸੀ। ਮੈਂ ਮਸ਼ੀਨ ਗੇੜਦੀ ਹੁੰਦੀ ਸੀਗੀ ਤਾਂ ਉਹ ਕਾਗਜ਼ ਰੱਖਦਾ ਹੁੰਦਾ ਸੀਗਾ। ਤਾਂ ਉਹਨੂੰ ਜੇ ਆਪਾਂ ਗੱਲ ਕਰੀਏ ਆਦਮੀਆਂ ਦੀ, ਆਦਮੀ ਕਿਤੇ ਨਾ ਕਿਤੇ ਇਦਾਂ ਦੀ ਜਗ੍ਹਾ ਤੇ ਰਹਿਣਾ ਸੌਖਾ, ਉਹਨਾਂ ਨੂੰ ਬਾਹਰ ਅੰਦਰ ਜਾਣਾ ਹੁੰਦਾ। ਇੱਕ ਔਰਤ ਵਾਸਤੇ, ਇੱਕ ਲੜਕੀ ਵਾਸਤੇ ਰਹਿਣਾ ਬੜਾ ਔਖਾ ਆ। ਕਿੰਨਾ ਸਮਾਂ ਤੁਸੀਂ ਅੰਡਰਗਰਾਉਂਡ ਰਹੇ ਤੇ ਤੁਸੀਂ ਆਪਣਾ ਜੀਵਨ ਕਿਵੇਂ ਬਤੀਤ ਕਰਦੇ ਹੁੰਦੇ ਸੀਗੇ? ਹਾਂਜੀ, ਉਹ ਫਿਰ ਅਸੀਂ ਫਿਰ ਘਰ ਛੱਡ ਕੇ ਵੀ ਫਿਰ ਪੁਲਿਸ ਦਾ ਪਹਿਰਾ ਇੰਨਾ ਜ਼ਿਆਦਾ ਹੋ ਗਿਆ ਕਿ ਸਾਨੂੰ ਪੇਪਰ ਉੱਥੋਂ ਚੁੱਕ ਕੇ ਤਾਂ ਦੂਸਰੀ ਜਗ੍ਹਾ ਜਾਣਾ ਪਿਆ। ਅਸੀਂ ਕਈ ਵਾਰੀ ਲੁਧਿਆਣੇ ਦੇ ਵਿੱਚ ਰਹਿ ਕੇ ਕਮਰਾ ਕਿਰਾਏ 'ਤੇ ਰਹਿ ਕੇ ਤਾਂ ਉੱਥੇ ਚਲਾਇਆ, ਫਿਰ ਦਿੱਲੀ ਜਾ ਕੇ ਉੱਥੇ ਵੀ ਚਲਾਇਆ। ਜਗ੍ਹਾ ਜਗ੍ਹਾ ਅਸੀਂ ਜਾਂਦੇ ਰਹੇ ਹਾਂ ਔਰ ਫਾਈਟ ਕਰਦੇ ਰਹੇ ਹਾਂ। ਜਦੋਂ ਪਤਾ ਲੱਗ ਜਾਣਾ ਵੀ ਇੱਥੇ ਦੁਸ਼ਮਣ ਨੂੰ ਸਾਹਮਣਾ ਕਰਨਾ ਮਤਲਬ ਹੋ ਸਕਦਾ ਸਾਡਾ ਲੀਕ ਹੋ ਗਿਆ ਤਾਂ ਉਸੇ ਵੇਲੇ ਅਸੀਂ ਬਦਲ ਲੈਂਦੇ ਸੀਗੇ। ਤਾਂ ਪੇਪਰ ਮੈਂ ਛਾਪਦੀ ਰਹੀ ਹਾਂ ਤਾਂ ਅਸੀਂ ਲੋਕਾਂ ਦੇ ਵਿੱਚ ਪਹੁੰਚਾਉਂਦੇ ਰਹੇ ਆ। ਪਿਤਾ ਜੀ ਮੇਰੇ ਜਦੋਂ ਮਤਲਬ ਇਹਨੂੰ ਲੈ ਕੇ ਲਿਖਦੇ ਵੀ ਉਹੀ ਸੀਗਾ ਤਾਂ ਲੈ ਕੇ ਵੀ ਉਹੀ ਜਾਂਦੇ ਸੀਗੇ। ਤਾਂ ਇਸ ਕਰਕੇ ਉਹ ਫਿਰ ਅਸੀਂ ਜਦੋਂ ਉੱਥੋਂ ਚਲੇ ਗਏ, ਦਿੱਲੀ ਚਲੇ ਗਏ, ਦਿੱਲੀ ਫਿਰ ਕੋਈ ਮਤਭੇਦ ਹੋ ਗਏ ਪਾਰਟੀ ਦੇ ਵਿੱਚ ਵੀ। ਤਾਂ ਅਸੀਂ ਕਿਹਾ ਵੀ ਇਹਨਾਂ ਚੀਜ਼ਾਂ ਦਾ ਕਰਕੇ ਤੁਸੀਂ ਇਸ ਨੂੰ ਗਲਤ ਦਿਸ਼ਾ ਦੇ ਰਹੇ ਹੋ। ਤਾਂ ਉਹ ਕਹਿੰਦੇ ਕਿ ਅਸੀਂ ਤੁਹਾਨੂੰ ਨਹੀਂ ਸਮਝਾ ਸਕਦੇ ਤਾਂ ਇਸ ਕਰਕੇ ਤੁਸੀਂ ਜਾ ਸਕਦੇ ਹੋ। ਫਿਰ ਮੈਂ ਅਲੱਗ ਹੋ ਕੇ ਤਾਂ ਆਪਣਾ ਮੈਂ ਰੋਟੀ ਕਦੇ ਕਿਸੇ ਦੇ ਕੋਲੋਂ ਪੈਸਾ ਜਿਹੜਾ ਨਾ ਮੰਗਿਆ ਨਹੀਂ। ਮੈਂ ਆਪਣੇ ਹੁਨਰਮੰਦੀ ਦੇ ਨਾਲ, ਜਿੱਦਾਂ ਮੈਂ ਸਵੈਟਰ ਨਿਟਿੰਗ ਦਾ ਕੰਮ ਕਰਕੇ ਫਿਰ ਮੈਂ ਕਰ ਲਿਆ। ਉਸ ਵੇਲੇ ਸਮਾਂ ਸੀਗਾ ਤਾਂ ਦੁਕਾਨਾਂ 'ਤੇ ਬੁਣ ਹੋ ਰਹੇ ਸੀਗੇ। ਤਾਂ ਮੈਂ ਦੇਖਦੀ ਸੀਗੀ ਕਿ ਜਦੋਂ ਮੈਂ ਪ੍ਰੈਸ ਦੇ ਵਿੱਚ ਥੱਲੇ ਭੋਰਿਆਂ ਵਿੱਚ ਜਾਊਂਗੀ ਤਾਂ ਜਿਹੜੇ ਦਿੱਲੀ ਦੇ ਵਿੱਚ ਥੱਲੇ ਬੇਸਮੈਂਟਾਂ ਵਿੱਚ ਸੀਗੇ ਤਾਂ ਮੈਂ ਦੇਖਦੀ ਸੀ ਮੇਰੀ ਇੱਜ਼ਤ ਨਾ ਖਰਾਬ ਕੀਤੀ ਜਾਵੇ।
ਤਾਂ ਕੋਈ ਪਿੱਛੋਂ ਮੋਢਿਆਂ ਤੋਂ ਫੜ ਸਕਦਾ, ਕੋਈ ਇਸ ਤਰ੍ਹਾਂ ਹੋ ਸਕਦਾ ਕਿ ਜਦੋਂ ਮੈਂ ਪੈਸੇ ਲੈਣ ਮਾਲਕ ਕੋਲੋਂ ਜਾਵਾਂ ਤਾਂ ਮੇਰੇ ਪਿਤਾ ਜੀ ਬਿਮਾਰ ਹੈ, ਟਾਈਫਾਈਡ ਹੈ, ਮਲੇਰੀਆ, ਤਾਂ ਉਸ ਵੇਲੇ ਉਹਨਾਂ ਨੂੰ TB ਵੀ ਹੈ, ਤਾਂ ਮੈਂ ਕਿਸ ਤਰ੍ਹਾਂ ਦਵਾਈ ਦਾ ਪ੍ਰਬੰਧ ਕਰੂੰਗੀ। ਤਾਂ ਮੈਂ ਫਿਰ ਉਹਨਾਂ ਦਿਨਾਂ ਦੇ ਵਿੱਚ ਹੀ ਆ ਗਿਆ ਕਿ ਮੈਂ ਮਤਲਬ ਸਵੈਟਰ ਨਿਟਿੰਗ ਦਾ ਕੰਮ ਕਰਨ ਵਾਲੀ ਲੜਕੀ ਦੀ ਜ਼ਰੂਰਤ ਹੈ, ਤੇ ਮੈਂ ਉਹ ਕਟਿੰਗ ਲੈ ਕੇ ਤਾਂ ਉਹਦੇ ਕੋਲ ਪਹੁੰਚ ਗਈ। ਤਾਂ ਮੈਂ ਜਾ ਕੇ ਤਾਂ ਉਹ ਫਿਰ ਬਣਾਉਣੇ ਸ਼ੁਰੂ ਕਰ ਦਿੱਤੇ ਘਰ ਵਿੱਚ, ਮੈਂ ਬਣਾ ਕੇ ਤਾਂ ਉਹ ਜਾ ਕੇ ਦੇ ਆਉਂਦੀ ਸੀਗੀ। ਫਿਰ ਮੇਰਾ ਇਹ ਕੰਮ ਚੱਲ ਪਿਆ, ਤੇ ਮੈਂ 14 ਸਾਲ ਪੂਰੇ ਇਦਾਂ ਕੱਟੇ ਆ। ਕਦੇ 14 ਸਾਲ ਪੂਰਾ ਅੰਡਰਗਰਾਉਂਡ? ਹਾਂਜੀ, ਅੰਡਰਗਰਾਉਂਡ ਰਹਿ ਕੇ, ਪਰ ਮੈਂ ਪੈਸਾ ਨਹੀਂ ਕਦੇ ਕਿਸੇ ਤੋਂ ਮੰਗਿਆ। ਮਾਤਾ ਜੀ, ਇੱਕ ਸਵਾਲ ਮੇਰੇ ਜ਼ਿਹਨ ਦੇ ਵਿੱਚ ਸੀਗਾ, ਕੁੜੀਆਂ ਦੇ ਕਈ ਸੁਪਨੇ ਹੁੰਦੇ ਨੇ, ਹੱਥਾਂ ਤੇ ਮਹਿੰਦੀ ਲਾਉਂਦੀਆਂ ਨੇ, ਸਹੇਲੀਆਂ ਦੇ ਨਾਲ ਖੇਡਦੀਆਂ ਨੇ, ਪੀਂਘਾਂ ਝੂਟਦੀਆਂ ਨੇ। ਤੁਸੀਂ ਬਚਪਨ ਤੋਂ ਹੀ ਕ੍ਰਾਂਤੀਕਾਰੀ ਲਹਿਰ ਦੇ ਨਾਲ ਜੁੜ ਗਏ, ਤੁਹਾਡੇ ਸੁਪਨੇ ਨਹੀਂ ਸੀ? ਕਿਉਂਕਿ ਇੱਕ ਵਿਆਹ ਦਾ ਸੁਪਨਾ ਵੀ ਕਹਿ ਸਕਦੇ ਬਹੁਤ ਵੱਡਾ ਹੁੰਦਾ, ਨਾ ਤੁਸੀਂ ਵਿਆਹ ਕਰਾਇਆ, ਨਾ ਤੁਸੀਂ ਸਹੇਲੀਆਂ ਦੇ ਨਾਲ ਖੇਡੇ, ਨਾ ਤੁਹਾਡਾ ਬਚਪਨ ਵੀ ਇੱਦਾਂ ਗਿਆ। ਇਸ ਬਾਰੇ ਥੋੜਾ ਦੱਸੋ। ਹਾਂਜੀ, ਮੇਰਾ ਬਚਪਨ ਤਾਂ ਜਦੋਂ ਤੁਸੀਂ ਮਾਹੌਲ ਉਸ ਦੇ ਵਿੱਚ ਰਹਿ ਰਹੇ ਹੋ ਨਾ, ਉਹੀ ਸਹੇਲੀਆਂ, ਉਹੀ ਕੰਮ ਜਿਹੜਾ ਨਾ ਮੇਰੀ ਮਤਲਬ ਜਿਹੜੀ ਨਾ ਮਨ ਦੀ ਸਥਿਤੀ ਸੀਗੀ ਨਾ, ਕਿ ਉਹ ਜ਼ੁਲਮ ਮੇਰੇ ਕੋਲੋਂ ਬੱਚਿਆਂ ਤੇ ਕੁਪੋਸ਼ਣ ਦਾ, ਔਰਤਾਂ ਤੇ ਜ਼ੁਲਮ ਦਾ, ਇਹ ਝੱਲਿਆ ਨਹੀਂ ਸੀ ਜਾਂਦਾ। ਮੈਂ ਉਸ ਨੂੰ ਬਦਲਣ ਲਈ ਕਿ ਮੈਂ ਜਦੋਂ ਵੱਡੀ ਹੋਊਂਗੀ, ਸੁਪਨੇ ਸਾਨੂੰ ਨਾਲ ਨਾਲ ਹੀ ਦੱਸੇ ਜਾਂਦੇ ਸੀ ਵੀ ਕਮਿਊਨਿਸਟਾਂ ਦਾ ਰਾਜ ਆਏਗਾ ਤਾਂ ਅਸੀਂ ਇਸ ਤਰ੍ਹਾਂ ਕਰਾਂਗੇ, ਅਸੀਂ ਉਹਦੇ ਵਿੱਚ ਬਰਾਬਰਤਾ ਦਾ ਸਮਾਜ ਲਿਆਵਾਂਗੇ। ਗਦਰੀ ਬਾਬਿਆਂ ਨੇ ਵੀ ਇਹ ਸਮਝਾਇਆ ਸੀ। ਤਾਂ ਇਸ ਕਰਕੇ ਉਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਮੈਨੂੰ ਨਾ ਕੋਈ ਵਿਆਹ ਦੀ ਹੋਈ, ਮੈਨੂੰ ਵਿਆਹ ਤੋਂ ਨਫ਼ਰਤ ਸੀਗੀ ਕਿ ਆਦਮੀ ਔਰਤ ਨੂੰ ਲੁੱਟਦਾ, ਸਿਰਫ ਸੈਕਸ ਦਾ ਕਰਕੇ ਉਹ ਬੱਚੇ ਫਿਰ ਪਾਲਣ ਵਾਲੀ ਇੱਕ ਮਸ਼ੀਨ ਰਹਿ ਜਾਂਦੀ ਹੈ। ਇਸ ਕਰਕੇ ਮੈਨੂੰ ਵਿਆਹ ਤੋਂ ਹੀ ਨਫ਼ਰਤ ਸੀਗੀ। ਤਾਂ ਤੁਹਾਡੇ ਪਰਿਵਾਰ ਨੇ ਵੀ ਨਹੀਂ ਕਦੀ ਕਿਹਾ ਕਿ ਵਿਆਹ ਕਰਾ ਲਾ? ਬਹੁਤ ਪ੍ਰੈਸ਼ਰ ਮੇਰੇ ਤੇ ਪਿਆ। ਜਦੋਂ ਪਿਤਾ ਜੀ ਜੇਲ੍ਹ ਵਿੱਚ ਸੀਗੇ ਤਾਂ ਪਿਤਾ ਜੀ ਕਹਿੰਦੇ ਸੀਗੇ ਵੀ ਉਹਨਾਂ ਨੂੰ ਪ੍ਰੈਸ ਕਰਨ ਲਈ, ਮਤਲਬ ਮੇਰੀ ਮਾਂ ਵੀ ਗਈ, ਮੇਰੇ ਤਾਈ ਜੀ ਵੀ ਗਏ, ਭੂਆ ਜੀ ਵੀ ਗਏ, ਵੀ ਉਹਨੂੰ ਮਨਾਓ। ਪਿਤਾ ਜੀ ਕਹਿੰਦੇ ਮੈਂ ਉਹਨੂੰ ਆਪਣੀ ਜ਼ਿੰਦਗੀ ਦੇ ਫੈਸਲੇ ਆਪ ਲੈਣ ਲਈ ਪ੍ਰੇਰਨਾ ਚਾਹੁੰਦਾ, ਤਾਂ ਮੈਂ ਉਹਦੇ ਤੇ ਕੋਈ ਦਬਾਅ ਨਹੀਂ ਪਾਊਂਗਾ। ਤਾਂ ਇਸ ਕਰਕੇ ਮੈਂ ਖੁਸ਼ ਹਾਂ ਕਿ ਉਹ ਆਪਣੀ ਕਮਾਈ ਕਰਕੇ ਆਪਣੀ ਜ਼ਿੰਦਗੀ ਜੀ ਰਹੀ ਹੈ। ਮੈਂ ਉਹਦੇ ਤੇ ਕੋਈ ਪ੍ਰੈਸ਼ਰ ਨਹੀਂ ਪਾਊਂਗਾ। ਔਰਤ ਨੂੰ ਬਰਾਬਰਤਾ ਦਾ ਹੱਕ ਹਾਸਲ ਹੋਣਾ ਚਾਹੀਦਾ। ਹਾਂਜੀ, ਤਾਂ ਇਸ ਕਰਕੇ ਮੈਨੂੰ ਕੋਈ ਔਖਾ ਨਹੀਂ ਹੋਇਆ। ਮੈਂ ਦੇਸ਼ ਦੀ ਆਜ਼ਾਦੀ ਦੇ ਲਈ, ਦੇਸ਼ ਦੀ ਜੋ ਅੱਛੀ ਜ਼ਿੰਦਗੀ ਲਈ, ਜਿਹੜੀ ਕਿ ਜੂਝਣ ਲਈ ਮੈਂ ਤਿਆਰ ਸੀਗੀ। ਗਦਰੀ ਬਾਬਿਆਂ ਨੇ ਜੋ ਸਾਨੂੰ ਸੋਚ ਦਿੱਤੀ ਸੀ, ਉਹ ਕਿਤਾਬਾਂ ਪੜ੍ਹੀਆਂ, ਸਾਰਾ ਪੜ੍ਹਾਈ ਕੀਤੀ, ਤਾਂ ਉਹਦੇ ਵਿੱਚ ਮੈਂ ਦੇਖਿਆ ਕਿ ਅਜੇ ਉਹ ਜ਼ਿੰਦਗੀ ਅਸੀਂ ਪ੍ਰਾਪਤ ਕਰਨੀ ਹੈ, ਬਰਾਬਰਤਾ ਦਾ ਸਮਾਜ ਲਿਆਉਣਾ। ਉਸ ਬਰਾਬਰਤਾ ਦਾ ਸਮਾਜ ਮੈਂ ਸੁਪਨਾ ਜਿਹੜਾ ਮੇਰਾ ਪੱਕਾ ਹੁੰਦਾ ਗਿਆ। ਹੁਣ ਵੀ ਮੇਰਾ ਇਹ ਹੈ ਕਿ ਅਸੀਂ ਉਸ ਲਈ ਜੂਝਦੇ ਹੋਏ ਭਾਵੇਂ ਮਰ ਜਾਈਏ, ਪਰ ਅਸੀਂ ਹਥਿਆਰ ਨਹੀਂ ਸੁੱਟਾਂਗੇ। ਜੀ, ਬਹੁਤ ਇੱਕ ਵੱਖਰੀ ਸੋਚ ਲੈ ਕੇ ਤੁਸੀਂ ਤੁਰੇ ਹੋਏ ਹੋ। ਸਾਡੇ ਕੋਲ ਸਮਾਂ ਬਹੁਤ ਥੋੜਾ ਰਹਿ ਗਿਆ, ਸਿਰਫ 2 ਮਿੰਟ ਦਾ 3 ਮਿੰਟ ਦਾ ਸਮਾਂ। 3 ਮਿੰਟ ਦੇ ਵਿੱਚ ਅਸੀਂ ਖਤਮ ਕਰਨਾ ਹੈ। ਸਿਰਫ ਸਾਨੂੰ ਇਹ ਜਵਾਬ ਦਿਓ ਕਿ ਤੁਸੀਂ ਅੰਡਰਗਰਾਉਂਡ ਰਹੇ, ਜਗ੍ਹਾ ਜਗ੍ਹਾ ਤੁਸੀਂ ਘੁੰਮੇ, ਪੁਲਿਸ ਤੋਂ ਬਚਦੇ ਰਹੇ, ਠੀਕ ਹੈ ਜੀ, ਲਹਿਰਾਂ ਨਾਲ ਲੜਦੇ ਰਹੇ। ਤੁਸੀਂ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਸੰਪੂਰਨ ਤੌਰ ਤੇ ਕਦੋਂ ਆਏ? ਮੈਂ 82 ਤੋਂ, ਮਤਲਬ ਇਹ ਜਦੋਂ ਸਾਨੂੰ ਜੱਜ ਨੇ ਮਤਲਬ ਫੈਸਲਾ ਦੇ ਦਿੱਤਾ ਕਿ ਇਹਨਾਂ ਤੇ ਕੋਈ ਕੇਸ ਨਹੀਂ ਹੈ, ਪਿਤਾ ਜੀ ਨੂੰ ਤਾਂ ਛੂਟ ਕਰਨ ਦਾ ਉਸੇ ਵੇਲੇ ਸੀਗਾ ਵੀ ਜਦੋਂ ਦੇਖਿਆ ਜਾਵੇ ਉਹ ਆਰਡਰ ਹੋਇਆ ਸੀਗਾ। ਤਾਂ ਉਹਨਾਂ ਤੇ ਜਿੰਨਾ ਪੁਲਿਸ ਦਾ ਤਸ਼ੱਦਦ ਸੀਗਾ ਨਾ, ਉਹ ਬਹੁਤ ਕੁੱਤਿਆਂ ਵਾਂਗੂ, ਮਤਲਬ ਹਲਕੇ ਹੋਏ ਕੁੱਤਿਆਂ ਦੀ ਤਰ੍ਹਾਂ ਉਹ ਪਿੱਛਾ ਕਰਦੇ ਸੀਗੇ। ਪਰ ਅਸੀਂ 14 ਸਾਲ ਬਿਲਕੁਲ ਨਹੀਂ, ਮੈਂ ਪਿਤਾ ਜੀ ਨੂੰ ਮਤਲਬ ਬਿਮਾਰੀ ਦੇ ਵਿੱਚੋਂ ਵੀ ਕੱਢਿਆ, ਔਰ ਉਸ ਵੇਲੇ ਦੇਸ਼ ਭਗਤ ਯਾਦਗਾਰ ਦੇ ਵਿੱਚ ਪਹੁੰਚਣ ਲਈ ਵੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਵੀ ਉਹ ਮੁਕੱਦਮਾ ਲੜਿਆ, ਔਰ ਉਹਦੇ ਵਿੱਚੋਂ ਸਫਲ ਹੋਏ ਆ। ਜੱਜ ਦਾ ਫੈਸਲਾ ਆ ਗਿਆ ਕਿ ਇਹਨਾਂ ਤੇ ਕੋਈ ਕੇਸ ਨਹੀਂ ਹੈ। ਤੇ ਇਸ ਕਰਕੇ ਅਸੀਂ 1982 ਵਿੱਚ ਫਿਰ ਮੁੜ ਕੇ ਨੂਰ ਮਹਿਲ ਆ ਗਏ। ਤਾਇਆ ਜੀ ਨੇ ਕਿਹਾ ਵੀ ਮੁੜ ਕੇ ਫਿਰ ਬਾਗ ਲਗਾਓ, ਜਿਹੜਾ ਪਹਿਲਾਂ ਤੁਸੀਂ ਹਰਾ ਕੀਤਾ ਸੀਗਾ ਉਹ ਹੀ ਫਿਰ ਮੁੜ ਕੇ ਹਰਾ ਕਰੋ। ਤਾਂ ਉਹ ਫਿਰ ਮੈਂ ਕਰਕੇ ਦੇਸ਼ ਭਗਤ ਯਾਦਗਾਰ ਲਈ ਵੀ ਪੈਸਾ ਇਕੱਠਾ ਕੀਤਾ, ਆਪਣੀ ਵੀ ਜ਼ਿੰਦਗੀ ਫਿਰ ਇਕੱਠੀ, ਮਤਲਬ ਚੰਗੀ ਜੀਵੀ ਆ ਉੱਥੇ ਬਾਗ ਦੇ ਵਿੱਚ, ਬਹੁਤ ਅੱਛਾ। ਫਿਰ ਮੈਂ ਅੰਗੂਰਾਂ ਦਾ ਬਾਗ ਸਾਰਾ ਛੱਡ ਕੇ ਆਈ ਹਾਂ। ਬਹੁਤ ਬਹੁਤ ਮਾਤਾ ਜੀ ਸ਼ੁਕਰੀਆ ਗੱਲਬਾਤ ਕਰਨ ਲਈ। ਤੁਹਾਡੇ ਹੌਸਲੇ ਦੀ ਅਸੀਂ ਦੱਸ ਦਿੰਦੇ ਹਾਂ, 80 ਸਾਲ ਦੀ ਉਮਰ ਹੋ ਗਈ ਹੈ, ਪਰ ਹੌਸਲਾ ਸਾਡੇ ਨਾਲੋਂ ਵੀ ਜ਼ਿਆਦਾ ਇਹਨਾਂ ਦੇ ਵਿੱਚ। ਤੇ ਮਾਤਾ ਜੀ ਨੇ ਇੱਕ ਸ਼ਬਦ ਕਿਹਾ ਕਿ ਮੈਂ ਦੇਸ਼ ਭਗਤ ਯਾਦਗਾਰ ਹਾਲ ਲਈ ਪੈਸਾ ਇਕੱਠਾ ਕੀਤਾ। ਉਹ ਪੈਸਾ ਕਿੱਥੇ ਲੱਗਾ, ਕਿਉਂ ਲੱਗਾ, ਉਹ ਸਾਰਾ ਜਿਹੜੀ ਗੱਲਬਾਤ, ਸਾਰੀ ਗੱਲਬਾਤ ਉਹ ਤੁਹਾਨੂੰ ਅਸੀਂ ਅਗਲੇ ਭਾਗ ਵਿੱਚ ਦੱਸਾਂਗੇ। ਸੋ ਸਾਡਾ ਚੈਨਲ ਦੇਖਦੇ ਰਹੋ, ਪ੍ਰੋ ਸਨੇਹਾ TV। ਸਤਿ ਸ਼੍ਰੀ ਅਕਾਲ।